ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਅਤੇ ਤੁਹਾਡੀ ਤਿਆਰੀ ਵੀ ਵਧੀਆ ਚੱਲ ਰਹੀ ਹੋਊਗੀ। ਤਾਂ ਅੱਜ ਦੀ ਇਸ ਕਲਾਸ ਦੇ ਵਿੱਚ ਆਪਾਂ SST ਪੈਡਾਗੋਜੀ ਦਾ ਚੈਪਟਰ 4 ਜਾਂ ਫਿਰ ਟੌਪਿਕ 4 ਇਨਕੁਆਇਰੀ ਐਂਡ ਐਮਪੀਰੀਕਲ ਐਵੀਡੈਂਸ ਕਰਾਂਗੇ। ਤਾਂ ਇਹ ਜਿਹੜੀ ਕਲਾਸ ਹੈ ਜੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਇਹਦੇ ਵਿੱਚ ਨਾ ਬਹੁਤ ਵਾਰ ਪੇਪਰਾਂ ਦੇ ਵਿੱਚ ਨਾ ਕੁਐਸਚਨ ਪੁੱਛੇ ਗਏ ਆ। ਤਾਂ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਹਰ ਜਿਹੜਾ ਵੀ ਕੰਮ ਕਰਦੇ ਹਾਂ ਟੌਪਿਕ ਵਾਈਜ਼ ਕਰਦੇ ਹਾਂ। ਤਾਂ ਇਹ ਵੀ ਕਲਾਸਾਂ ਆਪਾਂ ਪੈਡਾਗੋਜੀ ਦੀਆਂ ਟੌਪਿਕ ਵਾਈਜ਼ ਲਗਾਈਆਂ ਹੋਈਆਂ। ਤਾਂ ਤੁਸੀਂ ਪਲੇਲਿਸਟ ਜ਼ਰੂਰ ਚੈੱਕ ਕਰਿਆ ਕਰੋ। ਅਤੇ ਜੇਕਰ ਤੁਸੀਂ ਇਸ ਚੈਨਲ 'ਤੇ ਨਵੇਂ ਹੋ ਤਾਂ ਤੁਸੀਂ ਪਲੇਲਿਸਟ ਜ਼ਰੂਰ ਚੈੱਕ ਕਰ ਸਕਦੇ ਹੋ। SST ਦੀ NCERT ਪਲੱਸ SCERT ਦੀ ਆਪਾਂ ਪੂਰੀ ਪ੍ਰੈਪਰੇਸ਼ਨ ਕੀਤੀ ਹੋਈ ਆ। ਤਾਂ ਉਹ ਵੀ ਤੁਸੀਂ ਕਰ ਸਕਦੇ ਹੋ ਪਲੇਲਿਸਟ ਦੇ ਵਿੱਚੋਂ। ਤਾਂ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਕਲਾਸ। ਤਾਂ ਇਹਦੇ ਵਿੱਚ ਕੀ ਹੈ ਜੀ, ਇਨਕੁਆਇਰੀ ਐਂਡ ਐਮਪੀਰੀਕਲ ਐਵੀਡੈਂਸ। ਪਹਿਲਾਂ ਤਾਂ ਇਨਕੁਆਇਰੀ ਦੇ ਸਪੈਲਿੰਗ ਨਾ ਕਈ ਵਾਰੀ ਇਨਕੁਆਇਰੀ ਇੱਦਾਂ ਵੀ ਹੁੰਦੇ ਆ, ਠੀਕ ਹੈ ਜੀ। ਇਨਕੁਆਇਰੀ ਇੱਦਾਂ ਵੀ ਲਿਖੀ ਜਾਂਦੀ ਆ, ਮਤਲਬ ਈ ਦੇ ਨਾਲ ਵੀ ਲਿਖਿਆ ਜਾਂਦਾ ਆ। ਤਾਂ ਇਹਨਾਂ ਚੀਜ਼ਾਂ ਨੂੰ ਤੁਸੀਂ ਇਗਨੋਰ ਕਰਨਾ ਆ। ਹਾਂਜੀ, ਤਾਂ ਇਹਦੇ ਵਿੱਚ ਦੇਖੋ ਇਨਕੁਆਇਰੀ ਦਾ ਮਤਲਬ ਕੀ ਹੁੰਦਾ ਆ। ਇਨਕੁਆਇਰੀ ਦਾ ਮਤਲਬ ਕੀ ਹੁੰਦਾ, ਪੁੱਛ ਦੱਸ ਵਿਧੀ। ਠੀਕ ਹੈ, ਪਹਿਲਾਂ ਆਪਾਂ ਇਨਕੁਆਇਰੀ ਬਾਰੇ ਹੀ ਪੜ੍ਹਾਂਗੇ, ਬਾਅਦ ਵਿੱਚ ਆਪਾਂ ਇੰਪੀਰੀਕਲ ਐਵੀਡੈਂਸ ਦੇ ਬਾਰੇ ਵਿੱਚ ਪੜ੍ਹਾਂਗੇ। ਤਾਂ ਪਹਿਲਾ ਟੌਪਿਕ ਆਪਣੇ ਕੋਲ ਜੀ ਇਨਕੁਆਇਰੀ ਮੈਥਡ। ਤਾਂ ਇਨਕੁਆਇਰੀ ਮੈਥਡ, ਕਿਸੇ ਵੀ ਚੀਜ਼ ਦੀ ਇਨਕੁਆਇਰੀ ਕਰਨੀ, ਆਪਾਂ ਕਹਿੰਦੇ ਹਾਂ ਨਾ, ਮੰਨ ਲਓ ਆਪਾਂ ਗੱਲ ਕਰਦੇ ਹਾਂ ਕਿ ਇਨਕੁਆਇਰੀ ਹੋ ਰਹੀ ਆ, ਮਤਲਬ ਪੁੱਛ ਦੱਸ ਹੋ ਰਹੀ ਆ, ਇਹਨੂੰ ਪੁੱਛ ਦੱਸ ਵਿਧੀ ਵੀ ਕਿਹਾ ਜਾਂਦਾ ਆ। ਜਾਂ ਇਹਨੂੰ ਕਲਾਸਾਂ ਦੇ ਵਿੱਚ ਇਹਨੂੰ ਆਪਾਂ ਪੁੱਛ ਦੱਸ ਨੂੰ ਪ੍ਰਸ਼ਨ ਉੱਤਰ ਵਿਧੀ ਕਹਾਂਗੇ ਨਾ। ਤਾਂ ਇਹ ਜਿਹੜੀ ਪ੍ਰਸ਼ਨ ਉੱਤਰ ਵਿਧੀ ਆ, ਹੁਣ ਕੁਐਸਚਨ ਇੱਥੋਂ ਹੀ ਬਣ ਜਾਂਦੇ ਆ। ਅਤੇ ਮੰਨ ਲਓ ਵੀ ਉਹਨਾਂ ਨੇ ਇੱਕ ਕੁਐਸਚਨ ਦਿੱਤਾ ਕਿ ਅਧਿਆਪਕ ਨਾ ਕਲਾਸ ਦੇ ਵਿੱਚ ਬੱਚਿਆਂ ਤੋਂ ਪੁੱਛ ਰਿਹਾ ਸੀਗਾ ਕਿ ਉਹਨਾਂ ਦੇ ਗਿਆਨ ਦੇ ਬਾਰੇ ਵਿੱਚ ਜਾਣਨ ਲਈ ਉਹਨਾਂ ਤੋਂ ਪ੍ਰਸ਼ਨ ਉੱਤਰ ਪੁੱਛ ਰਿਹਾ ਸੀ। ਤਾਂ ਇਹਨੂੰ ਕੀ ਮੈਥਡ ਕਹਾਂਗੇ? ਪ੍ਰਸ਼ਨ ਉੱਤਰ ਵਿਧੀ ਨੂੰ ਹੋਰ ਕੀ ਆਪਾਂ ਕਹਿ ਸਕਦੇ ਹਾਂ? ਇਨਕੁਆਇਰੀ ਮੈਥਡ। 3-4 ਆਪਸ਼ਨ ਦੇ ਦੇਣਗੇ, ਜਿਵੇਂ ਲੈਕਚਰ ਮੈਥਡ ਕਹਿ ਦੇਣਗੇ, ਇਨਕੁਆਇਰੀ ਮੈਥਡ ਕਹਿ ਦੇਣਗੇ। ਤਾਂ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਪ੍ਰਸ਼ਨ ਉੱਤਰ ਵਿਧੀ ਨੂੰ ਹੀ ਇਨਕੁਆਇਰੀ ਮੈਥਡ ਵੀ ਕਹਿੰਦੇ ਆ। ਟੀਚਰ ਇਨਕੁਆਇਰੀ ਕਰਦਾ ਆ, ਬੱਚਿਆਂ ਦੇ ਗਿਆਨ ਦੇ ਬਾਰੇ ਵਿੱਚ ਜਾਣਦਾ, ਜਾਂ ਫਿਰ ਬੱਚੇ ਵੀ ਕੁਐਸਚਨ ਪੁੱਛ ਸਕਦੇ ਆ। ਇਹ ਨਹੀਂ ਵੀ ਇਕੱਲਾ ਟੀਚਰ ਹੀ ਕੁਐਸਚਨ ਪੁੱਛੂਗਾ। ਟੀਚਰ ਕੁਐਸਚਨ ਪੁੱਛੂਗਾ ਮੁਲਾਂਕਣ ਕਰਨ ਦੇ ਲਈ ਨਾ, ਅਤੇ ਬੱਚਾ ਵੀ ਪ੍ਰਸ਼ਨ ਉੱਤਰ ਪੁੱਛ ਸਕਦਾ, ਇਨਕੁਆਇਰੀ ਕਰ ਸਕਦਾ। ਜੇਕਰ ਉਹਨੂੰ ਕੋਈ ਚੀਜ਼ ਦੇ ਵਿੱਚ ਉਹਨੂੰ ਲੱਗ ਰਿਹਾ ਨਾ ਵੀ ਉਹਨੇ ਨੌਲੇਜ ਗੇਨ ਕਰਨੀ ਆ, ਗਿਆਨ ਦੀ ਪ੍ਰਾਪਤੀ ਕਰਨੀ ਆ, ਤਾਂ ਉਹ ਬੱਚਾ ਵੀ ਕੁਐਸਚਨ ਪੁੱਛ ਸਕਦਾ ਆ। ਅਧਿਆਪਕ ਪ੍ਰਸ਼ਨ ਉੱਤਰ ਪੁੱਛ ਕੇ ਬੱਚੇ ਦੇ ਵਿਕਾਸ ਦੇ ਬਾਰੇ ਵਿੱਚ ਜਾਣਕਾਰੀ ਹਾਸਲ ਕਰ ਸਕਦਾ ਆ। ਇਹ ਵਿਧੀ ਬੱਚੇ ਦੇ ਗਿਆਨ ਦੇ ਵਿਕਾਸ ਦੇ ਲਈ ਅਪਣਾਈ ਜਾਂਦੀ ਆ। ਜਿੰਨੇ ਜ਼ਿਆਦਾ ਇੱਕ ਦੂਸਰੇ ਦੇ ਨਾਲ ਡਿਸਕਸ਼ਨ ਕਰਾਂਗੇ, ਇੱਕ ਦੂਜੇ ਤੋਂ ਪ੍ਰਸ਼ਨ ਉੱਤਰ ਪੁੱਛਾਂਗੇ ਹੈ ਨਾ, ਜਾਂ ਟੀਚਰ ਬੱਚਿਆਂ ਤੋਂ ਪੁੱਛੂਗਾ, ਜਾਂ ਬੱਚੇ ਵੀ ਅਧਿਆਪਕ ਤੋਂ ਕੁਛ ਪੁੱਛ ਸਕਦੇ ਆ। ਤਾਂ ਇਹਦੇ ਨਾਲ ਕੀ ਹੁੰਦਾ ਜੀ, ਗਿਆਨ ਦਾ ਵਿਕਾਸ ਹੁੰਦਾ ਆ। ਅਤੇ ਇਹਦੇ ਵਿੱਚ ਹੋਰ ਕੀ ਹੁੰਦਾ ਆ, ਪ੍ਰਸ਼ਨ ਕੋਈ ਵੀ ਪੁੱਛ ਸਕਦਾ ਆ, ਭਾਵੇਂ ਉਹ ਬੱਚਾ ਹੋਵੇ ਭਾਵੇਂ ਅਧਿਆਪਕ ਹੋਵੇ। ਠੀਕ ਹੈ। ਅਤੇ ਨੈਕਸਟ ਹੈ, ਇਹਦੇ ਨਾਲ ਨਾ ਕ੍ਰਿਟੀਕਲ ਥਿੰਕਿੰਗ, ਆਲੋਚਨਾਤਮਕ ਸੋਚ, ਕ੍ਰਿਟੀਕਲ ਥਿੰਕਿੰਗ ਪੈਦਾ ਹੁੰਦੀ ਆ। ਤਾਂ ਕੱਲ੍ਹ ਦੀ ਕਲਾਸ ਦੇ ਵਿੱਚ ਆਪਾਂ ਪੜ੍ਹਿਆ ਸੀਗਾ ਕਿ SST ਦੇ ਨਾਲ SST ਸੋਸ਼ਲ ਸਾਇੰਸ ਦਾ ਜਿਹੜਾ ਮੇਨ ਹੁੰਦਾ ਨਾ ਮਕਸਦ, ਕ੍ਰਿਟੀਕਲ ਥਿੰਕਿੰਗ ਪੈਦਾ ਕਰਨਾ, ਸਮੱਸਿਆਵਾਂ ਦੇ ਹੱਲ ਲੱਭਣ ਦੇ ਵਿੱਚ ਬੱਚਿਆਂ ਦੀ ਮਦਦ ਕਰਨਾ, ਦਿਮਾਗ ਦਾ ਵਿਕਾਸ ਕਰਨਾ, ਬੌਧਿਕ ਵਿਕਾਸ ਕਰਨਾ। ਤਾਂ ਉਹੀ ਚੀਜ਼ ਹੈ ਕਿ ਪ੍ਰਸ਼ਨ ਉੱਤਰ ਵਿਧੀ ਦੇ ਰਾਹੀਂ ਬੱਚੇ ਦੇ ਵਿੱਚ ਕ੍ਰਿਟੀਕਲ ਥਿੰਕਿੰਗ ਪੈਦਾ ਹੁੰਦੀ ਆ। ਅਤੇ ਇਹ ਜਿਹੜਾ ਇਨਕੁਆਇਰੀ ਮੈਥਡ ਹੈ ਨਾ, ਇਹ ਬੱਚੇ ਦਾ ਸਹੀ ਦਿਸ਼ਾ ਦੇ ਵਿੱਚ ਮਾਰਗਦਰਸ਼ਨ ਕਰਦਾ ਆ। ਠੀਕ ਹੈ ਜੀ, ਕਿਉਂਕਿ ਇਹਦੇ ਨਾਲ ਗਿਆਨ ਦੇ ਵਿੱਚ ਵਾਧਾ ਹੁੰਦਾ ਆ, ਸਹੀ ਮਾਰਗਦਰਸ਼ਨ ਹੋਊਗਾ। ਜਿਵੇਂ ਕਿ ਜਿਹੜਾ ਅਧਿਆਪਕ ਹੈ ਉਹ ਬੱਚੇ ਤੋਂ ਪੁੱਛੂਗਾ, ਜੇ ਬੱਚੇ ਨੂੰ ਉਸ ਚੀਜ਼ ਦੇ ਬਾਰੇ ਵਿੱਚ ਨਹੀਂ ਗਿਆਨ, ਤਾਂ ਅਧਿਆਪਕ ਫਿਰ ਆਪਣੇ ਤਰੀਕੇ ਨਾਲ ਹੋਰ ਵੀ ਉਸ ਤਰੀਕੇ ਦੇ ਨਾਲ ਜਿਹੜਾ ਕਲਾਸ ਦੇ ਵਿੱਚ ਪੜ੍ਹਾਊਗਾ ਨਾ। ਤਾਂ ਇਹ ਸਹੀ ਦਿਸ਼ਾ ਦੇ ਵਿੱਚ ਮਾਰਗਦਰਸ਼ਨ ਕਰਦਾ ਇਨਕੁਆਇਰੀ ਮੈਥਡ। ਅਧਿਆਪਕ ਬੱਚੇ ਦੀ ਸੋਚ ਅਤੇ ਜਿਗਿਆਸਾ ਨੂੰ ਜਾਣਨ ਦੀ ਕੋਸ਼ਿਸ਼ ਕਰਦਾ ਹੈ। ਇਨਕੁਆਇਰੀ ਮੈਥਡ ਦੇ ਨਾਲ ਉਹੀ ਹੈ ਕਿ ਇਨਕੁਆਇਰੀ ਮੈਥਡ ਟੀਚਰ ਕਿਉਂ ਅਪਣਾਉਂਦਾ, ਕਿਉਂਕਿ ਉਹਨੇ ਬੱਚੇ ਦੀ ਸੋਚ ਅਤੇ ਜਿਗਿਆਸਾ ਦੇ ਬਾਰੇ ਵਿੱਚ ਜਾਣਨਾ ਹੁੰਦਾ ਆ। ਫਿਰ ਹੀ ਬੱਚੇ ਦਾ ਸਰਵਪੱਖੀ ਵਿਕਾਸ ਹੁੰਦਾ ਆ। ਤਾਂ ਹੁਣ ਇਹ ਨਾ ਇੱਕ ਡਾਇਆਗ੍ਰਾਮ ਬਣੀ ਹੋਈ ਹੈ, ਇਨਕੁਆਇਰੀ ਮੈਥਡ ਦੀ ਡਾਇਆਗ੍ਰਾਮ ਹੈ। ਅਤੇ ਇਹਦੇ ਵਿੱਚ ਕੀ ਹੁੰਦਾ ਜੀ, ਸਭ ਤੋਂ ਪਹਿਲਾਂ ਕੀ ਹੁੰਦਾ ਆ, ਬੱਚੇ ਪ੍ਰਸ਼ਨ ਪੁੱਛਦੇ ਆ, ਫਿਰ ਇਨਵੈਸਟੀਗੇਸ਼ਨ ਹੁੰਦੀ ਆ। ਠੀਕ ਹੈ, ਫਿਰ ਉਹਦੇ 'ਤੇ ਕੋਈ ਆਪਣੇ ਆਪਣੇ ਪੱਖ ਰੱਖੇ ਜਾਂਦੇ ਆ, ਫਿਰ ਡਿਸਕਸ਼ਨ ਹੁੰਦੀ ਆ, ਇੱਕ ਦੂਸਰੇ ਦੇ ਨਾਲ ਡਿਸਕਸ ਕੀਤਾ ਜਾਂਦਾ ਆ, ਫਿਰ ਰਿਫਲੈਕਟ ਹੁੰਦਾ ਆ, ਮਤਲਬ ਫਿਰ ਜਿਹੜਾ ਉਹ ਗਿਆਨ, ਜੋ ਵੀ ਆਪਣੇ ਅੰਦਰ ਗਿਆਨ ਆ ਨਾ, ਉਹਦੀ ਰਿਫਲੈਕਸ਼ਨ ਹੁੰਦੀ ਆ ਵੀ ਇਸ ਬੰਦੇ ਨੂੰ ਕਿੰਨਾ ਕੁ ਗਿਆਨ ਆ। ਤਾਂ ਇਹ ਸਰਕਲ ਇੱਦਾਂ ਹੀ ਚੱਲਦਾ ਰਹਿੰਦਾ ਆ। ਇਹ ਸਾਰੇ ਤੁਸੀਂ ਧਿਆਨ 'ਚ ਰੱਖ ਲਓ ਜੀ। ਇਨਕੁਆਇਰੀ ਦੇ ਵਿੱਚ ਕੀ ਹੁੰਦਾ, ਪ੍ਰਸ਼ਨ ਪੁੱਛੇ ਜਾਂਦੇ ਆ, ਇਨਵੈਸਟੀਗੇਸ਼ਨ ਕੀਤੀ ਜਾਂਦੀ ਆ, ਫਿਰ ਉਹਦੇ 'ਤੇ ਵਿਚਾਰ ਕ੍ਰੀਏਟ ਕੀਤੇ ਜਾਂਦੇ ਆ, ਬੱਚੇ ਤੋਂ ਕੋਈ
ਸਿਚੁਏਸ਼ਨ ਬੇਸ ਵੀ ਟੀਚਰ ਪੁੱਛ ਸਕਦਾ ਕੋਈ, ਹੈ ਨਾ। ਅਤੇ ਉਹ ਫਿਰ ਉਹ ਆਪਣੇ ਗਿਆਨ ਦਾ ਜਿਹੜਾ ਗਿਆਨ ਨੂੰ ਕ੍ਰੀਏਟ ਕਰਦੇ ਆ, ਠੀਕ ਹੈ। ਤਾਂ ਉਸ ਤੋਂ ਬਾਅਦ ਫਿਰ ਡਿਸਕਸ਼ਨ ਵੀ ਹੁੰਦੀ ਆ, ਡਿਸਕਸ ਵੀ ਹੁੰਦਾ ਵੀ ਹਾਂ ਇਹ ਸਹੀ ਹੈ ਜਾਂ ਗਲਤ ਹੈ ਜਾਂ ਕੀ ਹੈ, ਹੈ ਨਾ, ਕੀ ਹੋ ਸਕਦਾ ਹੋਰ ਵੀ। ਤਾਂ ਉਸ ਤੋਂ ਬਾਅਦ ਉਹ ਜਿਹੜੀਆਂ ਚੀਜ਼ਾਂ ਜੀ ਉਹਦੇ 'ਤੇ ਫਿਰ ਰਿਫਲੈਕਟ ਕੀਤਾ ਜਾਂਦਾ ਆ, ਠੀਕ ਹੈ। ਇਹ ਜਿਹੜਾ ਤੁਸੀਂ ਇਹਨੂੰ ਆਪਣੇ ਹਿਸਾਬ ਨਾਲ ਜਿਵੇਂ ਵੀ ਇਹਦੀ ਹੈ ਨਾ ਉਹ ਬਣਾ ਸਕਦੇ ਹੋ। ਮਤਲਬ ਇਹ ਚੀਜ਼ਾਂ ਤੁਸੀਂ ਯਾਦ ਰੱਖਣੀਆਂ ਆ ਵੀ ਪ੍ਰਸ਼ਨ ਉੱਤਰ, ਸਾਰਾ ਇਹ ਪ੍ਰਸ਼ਨ ਉੱਤਰ ਵਿਧੀ ਹੁੰਦੀ ਆ। ਇਹਨੂੰ ਆਪਾਂ ਇਨਕੁਆਇਰੀ ਮੈਥਡ ਵੀ ਕਹਿੰਦੇ ਹਾਂ। ਜਦੋਂ ਵੀ ਪੇਪਰ ਦੇ ਵਿੱਚ ਤੁਹਾਨੂੰ ਕਿਤੇ ਨਜ਼ਰ ਆਵੇ ਵੀ ਪ੍ਰਸ਼ਨ ਉੱਤਰ ਪੁੱਛੇ ਜਾ ਰਹੇ ਆ, ਤਾਂ ਇਹ ਵਿਧੀ ਕਿਹੜੀ ਆ, ਇਨਕੁਆਇਰੀ ਮੈਥਡ ਹੁੰਦਾ ਆ। ਇਹ ਇੱਥੋਂ ਹੀ ਇਹਦੇ ਵਿੱਚ ਕੁਐਸਚਨ ਬਣਦਾ ਆ। ਇਨਕੁਆਇਰੀ ਮੈਥਡ ਦਾ ਜਿਹੜਾ ਕੀ ਉਦੇਸ਼ ਹੈ, ਕ੍ਰਿਟੀਕਲ ਥਿੰਕਿੰਗ ਪੈਦਾ ਕਰਨਾ ਨਾ, ਕ੍ਰਿਟੀਕਲ ਥਿੰਕਿੰਗ ਪੈਦਾ ਹੁੰਦੀ ਹੈ ਇਹਦੇ ਨਾਲ, ਅਤੇ ਬੱਚੇ ਦਾ ਜਿਹੜਾ ਸਰਵਪੱਖੀ ਵਿਕਾਸ ਵੀ ਹੁੰਦਾ ਆ। ਨੈਕਸਟ ਹੈ ਜੀ ਐਮਪੀਰੀਕਲ ਐਵੀਡੈਂਸਸ। ਇਹਦੇ ਵਿੱਚ 2 ਟੋਪਿਕ ਆਉਂਦੇ ਆ। ਦੂਸਰਾ ਹੈਗਾ ਮੀਨਿੰਗ ਆਫ ਐਮਪੀਰੀਕਲ ਐਵੀਡੈਂਸ। ਐਵੀਡੈਂਸ ਦਾ ਮਤਲਬ ਕੀ ਹੁੰਦਾ ਆ ਵੀ ਐਵੀਡੈਂਸ ਨੂੰ ਆਪਾਂ ਪੰਜਾਬੀ 'ਚ ਨਾ ਸਬੂਤ ਕਹਿੰਦੇ ਆ। ਐਮਪੀਰੀਕਲ ਦੇ ਵਿੱਚ ਨਾ 2 ਚੀਜ਼ਾਂ ਆਉਂਦੀਆਂ ਆ, ਐਕਸਪੈਰੀਮੈਂਟ ਪਲੱਸ ਐਕਸਪੀਰੀਅੰਸ, ਠੀਕ ਆ। ਇੱਥੇ ਮੈਂ ਲਿਖਿਆ ਵੀ ਹੋਇਆ ਵੀ ਐਕਸਪੈਰੀਮੈਂਟ ਅਤੇ ਪ੍ਰੈਕਟੀਕਲ ਐਕਸਪੀਰੀਅੰਸ। ਇਹ ਲਿਖ ਕੇ ਰੱਖ ਲਿਓ, ਜੇ ਤੁਹਾਨੂੰ ਹੌਲੀ ਹੌਲੀ ਯਾਦ ਹੋਣ ਲੱਗ ਪਊਗਾ। ਕਿਵੇਂ ਵੀ ਨਾ ਕਿਵੇਂ ਆਪਦੇ ਹੁਣ ਤੁਸੀਂ ਟ੍ਰਿਕਸ ਬਣਾ ਕੇ ਯਾਦ ਰੱਖ ਸਕਦੇ ਹੋ। ਐਮਪੀਰੀਕਲ ਐਵੀਡੈਂਸ ਦੇ ਵਿੱਚ ਐਕਸਪੈਰੀਮੈਂਟ ਅਤੇ ਪ੍ਰੈਕਟੀਕਲ ਐਕਸਪੀਰੀਅੰਸ। ਇਨਕੁਆਇਰੀ ਦੇ ਵਿੱਚ ਕੁਐਸਚਨ ਆਨਸਰ ਅਤੇ ਐਮਪੀਰੀਕਲ ਦੇ ਵਿੱਚ ਐਕਸਪੈਰੀਮੈਂਟ ਪਲੱਸ ਪ੍ਰੈਕਟੀਕਲ ਐਕਸਪੀਰੀਅੰਸ। ਪੁਖਤਾ ਸਬੂਤ ਮਤਲਬ ਕੋਈ ਵੀ ਚੀਜ਼ ਆ, ਕੋਈ ਵੀ ਗਿਆਨ ਆ ਜਾਂ ਕੋਈ ਵੀ ਗੱਲ ਆ, ਸਬੂਤ ਦੇ ਆਧਾਰ 'ਤੇ ਹੋਊਗੀ, ਨਾ ਕਿ ਆਪਦੇ ਅੰਦਰੋਂ ਨਿਕਲੇ ਵਿਚਾਰਾਂ ਦੇ ਆਧਾਰ 'ਤੇ ਨਹੀਂ ਹੋਊਗੀ, ਬਲਕਿ ਐਕਸਪੀਰੀਅੰਸ ਦੇ ਆਧਾਰ 'ਤੇ ਪ੍ਰੈਕਟੀਕਲ ਹੋਊਗਾ ਜੋ ਵੀ ਹੋਊਗਾ। ਪੰਜਾਬੀ 'ਚ ਵੀ ਇੱਥੇ ਲਿਖਿਆ ਹੋਇਆ, ਜਿਹੜੇ ਬੱਚਿਆਂ ਨੂੰ ਪੰਜਾਬੀ ਸਮਝ ਆਉਂਦੀ ਆ, ਪ੍ਰਯੋਗ ਅਤੇ ਵਿਵਹਾਰਿਕ ਅਨੁਭਵਾਂ ਦੇ ਆਧਾਰ 'ਤੇ ਹੁੰਦਾ ਆ, ਠੀਕ ਹੈ ਜੀ। ਐਵੀਡੈਂਸ ਦਾ ਮਤਲਬ ਕੀ ਹੁੰਦਾ, ਪੁਖਤਾ ਸਬੂਤ। ਤਾਂ ਇਹਨੂੰ ਆਪਾਂ ਕਲਾਸ ਦੇ SST ਦੇ ਅਕੋਰਡਿੰਗ ਵੀ ਆਪਾਂ ਅੱਗੇ ਜਾ ਕੇ ਪੜ੍ਹਦੇ ਹਾਂ ਵੀ ਇੱਥੇ ਕੀ, ਪਹਿਲਾਂ ਇਹਦਾ ਮੈਂ ਤੁਹਾਨੂੰ ਮਤਲਬ ਦੱਸਿਆ ਕਿ ਇਹਦਾ ਮਤਲਬ ਕੀ ਹੁੰਦਾ ਐਮਪੈਰੀਕਲ ਐਵੀਡੈਂਸ ਦਾ, ਕਿ ਐਕਸਪੈਰੀਮੈਂਟਲ ਪ੍ਰੈਕਟੀਕਲ ਐਕਸਪੀਰੀਅੰਸ ਦੇ ਆਧਾਰ 'ਤੇ, ਸਬੂਤ ਦੇ ਆਧਾਰ 'ਤੇ ਗੱਲ ਕਰਨਾ, ਨਾ ਕਿ ਹਵਾ ਦੇ ਵਿੱਚ ਗੱਲਾਂ ਕਰਨੀਆਂ, ਠੀਕ ਆ। ਮਤਲਬ ਆਪਦੇ ਵਿਚਾਰ ਨਹੀਂ, ਜੋ ਆਪਾਂ ਨੂੰ ਗਿਆਨ ਇੰਦਰੀਆਂ ਦੇ ਰਾਹੀਂ, ਅੱਖਾਂ ਰਾਹੀਂ ਦਿਸ ਰਿਹਾ, ਕੰਨਾਂ ਰਾਹੀਂ ਸੁਣ ਰਿਹਾ, ਉਸ ਦੇ ਆਧਾਰ 'ਤੇ ਜਿਹੜੀ ਸਟੱਡੀ ਹੁੰਦੀ ਆ ਉਹ ਹੁੰਦੀ ਆ ਐਮਪੀਰੀਕਲ ਐਵੀਡੈਂਸ। ਨੈਕਸਟ ਹੈ ਜੀ ਡਾਟਾ ਦੇ ਰੂਪ ਵਿੱਚ ਪ੍ਰਯੋਗ ਜਾਂ ਨਿਰੀਖਣ ਦੁਆਰਾ ਪ੍ਰਾਪਤ ਕੀਤੀ ਗਈ ਜਾਣਕਾਰੀ ਨੂੰ ਐਵੀਡੈਂਸ ਕਹਿੰਦੇ ਆ। ਤਾਂ ਉਹੀ ਗੱਲ ਹੈ ਫਿਰ, ਪ੍ਰਯੋਗ ਅਤੇ ਨਿਰੀਖਣ ਦੁਆਰਾ, ਨਾ ਕਿ ਵਿਚਾਰਾਂ ਨੂੰ ਜਾਣ ਕੇ ਜਾਂ ਕੋਈ ਵੀ, ਹੈ ਨਾ, ਪ੍ਰਯੋਗ ਜਾਂ ਨਿਰੀਖਣ ਦੇ ਦੁਆਰਾ ਜਿਹੜੀ ਪ੍ਰਾਪਤ ਜਾਣਕਾਰੀ ਹੋਈ ਉਹਨੂੰ ਐਵੀਡੈਂਸ ਕਹਿੰਦੇ ਆ। ਤਾਂ ਮੇਨ ਹੁਣ ਇਹਦੇ ਵਿੱਚ ਕੀ ਹੈ ਜੀ, ਕਿ ਜਿਹੜੀ ਗਿਆਨ ਇੰਦਰੀਆਂ ਦੇ ਰਾਹੀਂ, ਮਤਲਬ ਆਪਣਾ ਸੁਣ ਕੇ, ਦੇਖ ਕੇ ਜੋ ਆਪਾਂ ਨੂੰ ਜਾਣਕਾਰੀ ਮਿਲਦੀ ਹੈ, ਉਹ ਹੁੰਦੀ ਹੈ ਜੀ ਐਮਪੀਰੀਕਲ ਐਵੀਡੈਂਸ। ਕੁਐਸਚਨ ਕਿਵੇਂ ਬਣ ਸਕਦਾ, ਤਾਂ ਪ੍ਰਸ਼ਨ ਉੱਤਰ ਵਾਲਾ ਮੈਂ ਤੁਹਾਨੂੰ ਦੱਸ ਚੁੱਕਿਆ। ਜੇਕਰ ਤੁਹਾਨੂੰ ਸਿਚੁਏਸ਼ਨ ਦੇਤੀ ਨਾ ਵੀ ਅਧਿਆਪਕ ਆਹ ਚੀਜ਼ ਪੁੱਛ ਰਿਹਾ, ਉਹ ਕੁਐਸਚਨ ਨੂੰ ਵੱਡਾ ਜਿਹਾ ਬਣਾ ਕੇ ਥੋੜ੍ਹਾ ਜਿਹਾ ਦੱਸ ਦੇਣਗੇ, ਤਾਂ ਵੀ ਉਹ ਹੋਊਗਾ ਇਨਕੁਆਇਰੀ ਮੈਥਡ। ਅਤੇ ਜੇ ਉਹ ਕਹਿਣਗੇ ਵੀ ਐਕਸਪੈਰੀਮੈਂਟ ਦੇ ਆਧਾਰ 'ਤੇ ਹੋ ਰਿਹਾ, ਪ੍ਰੈਕਟੀਕਲ ਹੋ ਰਿਹਾ ਆ, ਪ੍ਰੈਕਟੀਕਲੀ ਵਰਕ ਹੋ ਰਿਹਾ, ਤਾਂ ਉਹਨੂੰ ਆਪਾਂ ਕਿਹੜਾ ਮੈਥਡ ਕਹਾਂਗੇ, ਐਮਪੀਰੀਕਲ ਐਵੀਡੈਂਸ ਮੈਥਡ ਕਹਾਂਗੇ, ਠੀਕ ਹੈ ਜੀ। ਇਹ ਬਸ ਇਹਦੇ ਵਿੱਚ ਇਸ ਤਰੀਕੇ ਨਾਲ ਹੀ ਕੁਐਸਚਨ ਬਣਦੇ ਆ, ਸਿਚੁਏਸ਼ਨ ਦੇ ਕੇ ਪੁੱਛ ਲੈਣਗੇ ਵੀ ਇਹ ਕਿਹੜੇ ਤਰੀਕੇ ਦੀ ਸਟੱਡੀ ਹੋ ਰਹੀ ਆ। ਹੁਣ ਇਹਦੇ ਵਿੱਚ ਕੀ ਹੁੰਦਾ ਜੀ, ਪਹਿਲਾਂ ਆਬਜ਼ਰਵੇਸ਼ਨ ਹੁੰਦੀ ਆ, ਪਹਿਲਾਂ ਕੀ ਹੋਊਗਾ, ਅਬਜ਼ਰਵ ਕਰੂਗਾ, ਪਹਿਲਾਂ ਅਬਜ਼ਰਵ ਕੀਤਾ ਜਾਂਦਾ। ਅਬਜ਼ਰਵ ਨੂੰ ਮਤਲਬ ਕੀ ਹੁੰਦਾ ਵੀ ਨਿਰੀਖਣ, ਪੰਜਾਬੀ ਦੇ ਵਿੱਚ ਇਹਨੂੰ ਕਹਿੰਦੇ ਆ ਨਿਰੀਖਣ, ਠੀਕ ਹੈ ਜੀ। ਨਿਰੀਖਣ ਕੀਤਾ ਜਾਊਗਾ ਪਹਿਲਾਂ, ਫਿਰ ਇੰਡਕਸ਼ਨ, ਮਤਲਬ ਉਹਦੀ ਇਨ ਜਾਣਾ, ਉਹਦੇ ਵਿੱਚ ਡੂੰਘਾਈ ਦੇ ਨਾਲ ਘੋਖਣਾ, ਸੋਚਣਾ, ਡੂੰਘਾਈ ਦੇ ਵਿੱਚ ਜਾਣਾ। ਇੰਡਕਸ਼ਨ ਮਤਲਬ ਡੂੰਘਾਈ ਦੇ ਵਿੱਚ ਜਾਣਾ, ਡੂੰਘਾਈ 'ਚ ਜਾਣਾ। ਅਤੇ ਡਿਡਕਸ਼ਨ ਮਤਲਬ ਵੀ ਹੁਣ ਉਹ ਜੋ ਵੀ ਆਪਾਂ ਨਿਰੀਖਣ ਕਰ ਰਹੇ ਹਾਂ, ਡੂੰਘਾਈ ਦੇ ਵਿੱਚ ਜਾ ਰਹੇ ਹਾਂ, ਉਹਦੇ ਵਿੱਚੋਂ ਆਪਾਂ ਨੂੰ ਕੀ ਮਿਲ ਰਿਹਾ, ਠੀਕ ਆ, ਉਹਦੇ ਵਿੱਚ ਆਪਾਂ ਕੀ ਉਹਦੇ ਰਿਜ਼ਲਟ ਕੀ ਕੱਢ ਰਹੇ ਹਾਂ। ਫਿਰ ਉਹਦਾ ਜਿਹੜਾ ਰਿਜ਼ਲਟ ਹੋਊਗਾ ਉਹਦੀ ਟੈਸਟਿੰਗ ਹੋਊਗੀ, ਫਿਰ ਟੈਸਟਿੰਗ ਹੋ ਕੇ ਫਿਰ ਮੁਲਾਂਕਣ ਹੋਊਗਾ, ਇਵੈਲੂਏਸ਼ਨ ਹੋਊਗੀ, ਠੀਕ ਹੈ। ਤਾਂ ਇਹ ਇੱਕ ਸਰਕਲ ਹੁੰਦਾ ਆ ਐਵੀਡੈਂਸ, ਐਮਪੀਰੀਕਲ ਐਵੀਡੈਂਸ ਦਾ ਜਿਹੜਾ ਇਹ ਸਰਕਲ ਹੁੰਦਾ ਆ,
ਠੀਕ ਹੈ ਜੀ। ਤਾਂ ਉਮੀਦ ਕਰਦੇ ਹਾਂ ਕਿ ਡਾਇਆਗ੍ਰਾਮ ਦੇ ਰਾਹੀਂ ਤੁਹਾਨੂੰ ਵਧੀਆ ਸਮਝ ਆ ਗਈ ਹੋਊਗੀ। ਅਤੇ ਕੁਐਸਚਨ ਵੀ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਵੀ ਕਿਸ ਕਿਸ ਤਰ੍ਹਾਂ ਦੇ ਬਣਦੇ ਆ। ਤਾਂ ਡਾਇਆਗ੍ਰਾਮਸ ਮੈਂ ਤਾਂ ਲਈਆਂ ਸੀ, ਇਹਦੇ ਨਾਲ ਥੋੜ੍ਹੀ ਜਲਦੀ ਸਮਝ ਆ ਜਾਂਦੀ ਆ। ਤਾਂ ਹੁਣ ਜਿਹੜਾ ਐਮਪੀਰੀਕਲ ਅਤੇ ਇਨਕੁਆਇਰੀ, ਇਹਨਾਂ ਦੋਨਾਂ ਦੇ ਵਿੱਚ ਫ਼ਰਕ ਕੀ ਆ? ਬਸ ਇਹੀ ਫ਼ਰਕ ਆ। ਇਹ ਜਿਹੜਾ ਇਨਕੁਆਇਰੀ ਹੈ ਇਹਦੇ ਵਿੱਚ ਪ੍ਰਸ਼ਨ ਉੱਤਰ ਪੁੱਛੇ ਜਾਂਦੇ ਆ, ਅਤੇ ਐਮਪੀਰੀਕਲ ਐਵੀਡੈਂਸ ਦੇ ਵਿੱਚ ਕੀ ਹੁੰਦਾ ਆ, ਅੱਖਾਂ ਦੇ ਨਾਲ ਦੇਖ ਕੇ। ਠੀਕ ਆ, ਆਹ ਦੇਖੋ ਮੈਂ ਇੱਥੇ ਨਾ ਸਪੈਸ਼ਲ ਇਹ ਵੀ ਲਿਖਿਆ ਹੋਇਆ, ਇਹ ਹੁੰਦਾ ਆ ਸਪੈਸ਼ਲ ਮੈਂ ਇੱਥੇ ਤਾਂ ਹੀ ਲਿਖਿਆ, ਇੰਦਰੀਆਂ ਦੇ ਮਾਧਿਅਮ ਰਾਹੀਂ, ਅੱਖਾਂ ਨਾਲ ਦੇਖ ਕੇ, ਕੰਨਾਂ ਨਾਲ ਸੁਣ ਕੇ, ਜੋ ਪ੍ਰੈਕਟੀਕਲ ਹੁੰਦਾ, ਐਕਸਪੀਰੀਅੰਸ ਹੁੰਦਾ, ਉਹਨੂੰ ਕਹਿੰਦੇ ਆ ਐਮਪੀਰੀਕਲ ਐਵੀਡੈਂਸ ਸਟੱਡੀ। ਠੀਕ ਆ ਜੀ। ਤਾਂ ਇਹਦੇ 'ਤੇ ਵੀ ਨਾ ਤੁਸੀਂ, ਜੇਕਰ ਤੁਹਾਨੂੰ ਮਤਲਬ ਤੁਸੀਂ ਕੁਐਸਚਨ ਵੀ ਦੇਖਣਾ ਚਾਹੁੰਦੇ ਵੀ ਕਿੱਦਾਂ ਦੇ ਬਣਦੇ ਆ, ਤਾਂ ਇਹ ਵਾਲਾ ਟੋਪਿਕ ਭਰ ਕੇ ਨਾ ਨਾਲ MCQs ਲਿਖ ਕੇ ਅਤੇ ਸਰਚ ਵੀ ਕਰ ਸਕਦੇ ਹਾਂ। ਬਾਕੀ ਮੈਂ ਤੁਹਾਨੂੰ ਬੋਲ ਕੇ ਦੱਸ ਵੀ ਚੁੱਕੀ ਹਾਂ ਵੀ ਕਿੱਦਾਂ ਦੇ ਕੁਐਸਚਨ ਬਣ ਸਕਦੇ। ਸਿਚੁਏਸ਼ਨ ਦੇ ਦੇਣਗੇ ਅਤੇ ਉਹ ਦੱਸਣੀ ਹੋਊਗੀ ਵੀ ਕਿਹੜੀ ਚੀਜ਼ ਹੋ ਰਹੀ ਹੈ, ਇਨਕੁਆਇਰੀ ਹੋ ਰਹੀ ਆ, ਜਾਂ ਲੈਕਚਰ ਮੈਥਡ ਆ, ਜਾਂ ਪ੍ਰੋਜੈਕਟ ਮੈਥਡ ਆ, ਜਾਂ ਫਿਰ ਐਵੀਡੈਂਸ ਤੋਂ ਤੁਹਾਨੂੰ ਪਤਾ ਲੱਗ ਹੀ ਜਾਣਾ ਵੀ ਐਕਸਪੈਰੀਮੈਂਟ ਹੋ ਰਿਹਾ। ਅਤੇ ਹੈ ਨਾ, ਜਿੱਥੇ ਕੁਐਸਚਨ ਦੇ ਵਿੱਚ ਜਿੱਥੇ ਐਕਸਪੈਰੀਮੈਂਟ ਆ ਗਿਆ, ਜਾਂ ਫਿਰ ਆ ਗਿਆ ਐਕਸਪੀਰੀਅੰਸ ਆ ਗਿਆ, ਜਾਂ ਐਕਸਪੈਰੀਮੈਂਟ ਆ ਗਿਆ, ਉਹਦਾ ਆਨਸਰ ਕੀ ਆਊਗਾ, ਐਮਪੀਰੀਕਲ ਐਵੀਡੈਂਸ। ਹੁਣ ਤੁਹਾਨੂੰ ਸਿੱਧੇ ਐਕਸਪੈਰੀਮੈਂਟ ਜਾਂ ਐਕਸਪੀਰੀਅੰਸ ਸ਼ਬਦ ਹੋ ਸਕਦਾ ਪੇਪਰ ਦੇ ਕੁਐਸਚਨ ਦੇ ਵਿੱਚ ਨਾ ਮਿਲਣ, ਪਰ ਆਪਾਂ ਆਪਣੇ ਦਿਮਾਗ ਨਾਲ ਸਮਝ ਤਾਂ ਸਕਦੇ ਹਾਂ ਨਾ ਵੀ ਐਕਸਪੈਰੀਮੈਂਟ ਅਤੇ ਐਕਸਪੀਰੀਅੰਸ ਦੀ ਗੱਲ ਹੋ ਰਹੀ ਹੈ, ਇਹਦੇ ਵਿੱਚ ਇੰਦਰੀਆਂ ਦੁਆਰਾ ਨਿਰੀਖਣ ਦੀ ਗੱਲ ਹੋ ਰਹੀ ਆ। ਇਹ ਸ਼ਬਦ ਜਦੋਂ ਆਉਣਗੇ ਨਾ ਵਿੱਚ, ਤਾਂ ਐਮਪੀਰੀਕਲ ਐਵੀਡੈਂਸ, ਸਬੂਤ, ਹੈ ਨਾ, ਤਰਕ ਆਊਗਾ ਵਿੱਚ ਸ਼ਬਦ। ਤਾਂ ਇਹ ਐਮਪੀਰੀਕਲ ਸਟੱਡੀ ਹੋਊਗੀ, ਐਮਪੀਰੀਕਲ ਐਵੀਡੈਂਸ ਸਟੱਡੀ ਹੋਊਗੀ। ਠੀਕ ਹੈ ਜੀ। ਉਮੀਦ ਕਰਦੀ ਹਾਂ ਕਿ ਵੀਡੀਓ ਤੁਹਾਨੂੰ ਕਲਾਸ ਦੀ ਤੁਹਾਨੂੰ ਸਮਝ ਆ ਗਈ ਹੋਊਗੀ। ਤਾਂ ਇਹਦੇ ਹੁਣ ਬਸ 2 ਜਾਂ 3 ਟੋਪਿਕ ਰਹਿ ਗਏ ਤਾਂ ਇਹ ਆਪਣੀ ਖ਼ਤਮ ਹੋ ਜੂਗੀ। ਤਾਂ ਹੋਰ ਵੀ ਜੇ ਤੁਹਾਨੂੰ ਕੋਈ ਲੱਗਦਾ ਹੋਵੇ ਨਾ ਟੋਪਿਕ, ਵੈਸੇ ਤਾਂ ਮੈਂ ਸਿਲੇਬਸ ਦੇ ਅਕੋਰਡਿੰਗ ਹੀ ਕਰਵਾਉਂਗੀ, ਪਰ ਕਈ ਵਾਰੀ ਨਾ ਸਿਲੇਬਸ ਤੋਂ ਵੀ ਆਊਟ ਵੀ ਆ ਜਾਂਦਾ ਹੈ ਕੰਮ। ਤਾਂ ਜੇ ਤੁਹਾਨੂੰ ਲੱਗਦਾ ਹੋਵੇ ਵੀ ਆਹ ਵਾਲੀ ਚੀਜ਼ ਕਰਵਾਉਣੀ ਹੈ ਤਾਂ ਮੈਂ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸ ਦਿਆ ਕਰੋ। ਕਲਾਸ ਦੇਖਣ ਲਈ ਧੰਨਵਾਦ।